ਸਤਿ ਸ਼੍ਰੀ ਅਕਾਲ ਬੱਚਿਓ। ਅੱਜ ਅਸੀਂ ਆਪਾਜ ਗੁਣਨਖੰਡਾਂ ਦੀ ਵਰਤੋਂ ਕਰਕੇ ਸੰਖਿਆਵਾਂ ਦਾ HCF ਅਤੇ LCM ਪਤਾ ਕਰਨਾ ਸਿੱਖਾਂਗੇ। ਸਭ ਤੋਂ ਪਹਿਲਾਂ ਅਸੀਂ ਇਹ ਦੇਖੀਏ ਕਿ HCF ਹੁੰਦਾ ਕੀ ਆ। HCF ਨੂੰ ਅਸੀਂ ਪੰਜਾਬੀ ਵਿੱਚ ਮੰਮਾ ਸੱਸਾ ਬਊਆ ਕਹਿੰਦੇ ਆ। ਜਦੋਂ ਅਸੀਂ ਸੰਖਿਆਵਾਂ ਦੇ ਅਭਾਜ ਗੁਣਨਖੰਡ ਬਣਾਉਂਦੇ ਆ ਤੇ ਜਿਹੜੇ ਸਾਂਝੇ ਅਭਾਜ ਗੁਣਨਖੰਡ ਹੁੰਦੇ ਆ, ਕਿਸੇ ਵੀ ਸੰਖਿਆ ਦੋ ਸੰਖਿਆਵਾਂ ਦੇ ਸਾਂਝੇ ਅਭਾਜ ਗੁਣਨਖੰਡਾਂ ਦੀ ਸਭ ਤੋਂ ਛੋਟੀਆਂ ਘਾਤਾਂ ਦਾ ਗੁਣਨਫਲ, ਜਦੋਂ ਅਸੀਂ ਸੰਖਿਆਵਾਂ ਦੇ ਅਭਾਜ ਗੁਣਨਖੰਡ ਬਣਾਉਣੇ ਆ, ਉਹਨਾਂ ਵਿੱਚੋਂ ਜਿਹੜੇ ਸਾਂਝੇ ਗੁਣਨਖੰਡ ਹੋਣਗੇ ਉਹਨਾਂ ਦੀਆਂ ਛੋਟੀਆਂ ਘਾਤਾਂ ਲੈ ਕੇ, ਛੋਟੀਆਂ ਘਾਤਾਂ ਵਾਲੀਆਂ ਸੰਖਿਆਵਾਂ ਲੈ ਕੇ ਉਹਨਾਂ ਨੂੰ ਗੁਣਾ ਕਰਾਂਗੇ ਤੇ ਉਹ ਸਾਡੇ ਕੋਲ ਸੰਖਿਆਵਾਂ ਦਾ HCF ਹੋਊਗਾ। ਅੱਗੇ LCM ਜਾਂ ਲੱਲਾ ਸੱਸਾ ਬਊਆ, ਸਾਰੇ ਅਭਾਜ ਗੁਣਨਖੰਡਾਂ ਦੀ ਸਭ ਤੋਂ ਵੱਡੀਆਂ ਘਾਤਾਂ ਦਾ ਗੁਣਨਫਲ। ਸੰਖਿਆਵਾਂ ਦੇ ਜਿਹੜੇ ਅਸੀਂ ਅਭਾਜ ਗੁਣਨਖੰਡ ਬਣਾਵਾਂਗੇ ਉਹਦੇ ਵਿੱਚ ਜਿਹੜੀਆਂ ਵੱਡੀਆਂ ਘਾਤਾਂ ਵਾਲੀਆਂ ਸੰਖਿਆਵਾਂ ਹੋਣਗੀਆਂ ਉਹ ਸਾਰੀਆਂ ਸੰਖਿਆਵਾਂ ਲੈ ਕੇ ਤੇ ਅਸੀਂ ਉਹਨਾਂ ਦਾ ਗੁਣਨਫਲ ਪਤਾ ਕਰਨਾ। ਉਹ ਸਾਡੇ ਕੋਲ ਲੱਲਾ ਸੱਸਾ ਬਊਆ ਜਾਂ LCM ਆਵੇਗਾ। ਅਸੀਂ ਪਹਿਲਾ ਸਵਾਲ ਲੈਂਦੇ ਆ, ਸੰਖਿਆਵਾਂ 6 ਅਤੇ 20 ਦਾ ਅਭਾਜ ਗੁਣਨਖੰਡ ਵਿਧੀ ਨਾਲ ਮੰਮਾ ਸੱਸਾ ਬਊਆ ਅਤੇ ਲੱਲਾ ਸੱਸਾ ਬਊਆ ਪਤਾ ਕਰੋ। ਹੁਣ ਅਸੀਂ ਸਭ ਤੋਂ ਪਹਿਲੋਂ 6 ਅਤੇ 120 ਦੇ ਗੁਣਨਖੰਡ ਬਣਾਵਾਂਗੇ। 6 ਨੂੰ ਅਸੀਂ ਲਿਖ ਸਕਦੇ ਹਾਂ 6 ਬਰਾਬਰ ਹੈ 2 3 6। 2 ਦੀ ਘਾਤ 1 ਹੋ ਗਈ, 3 ਦੀ ਘਾਤ 1 ਹੋ ਗਈ। ਅਸੀਂ ਅਭਾਜ ਗੁਣਨਖੰਡਾਂ ਨੂੰ ਘਾਤ ਅੰਕੀ ਰੂਪ ਵਿੱਚ ਲਿਖ ਲੈਣਾ। ਇਸੇ ਤਰ੍ਹਾਂ ਹੀ ਸਾਡੇ ਕੋਲ ਸੰਖਿਆ ਹੈਗੀ ਆ 20। 20 ਦੇ ਗੁਣਨਖੰਡ ਬਣ ਗਏ 2 ਦੂਣੀ 4 5 20। ਇਹਦੇ ਵਿੱਚ ਸਾਡੇ ਕੋਲ ਦੋ ਸੰਖਿਆ ਦੋ ਵਾਰੀ ਆ ਗਈ, ਇਹਨੂੰ ਅਸੀਂ ਲਿਖ ਸਕਦੇ ਹਾਂ 2 ਦੀ ਘਾਤ 2 ਗੁਣਾ 5 ਦੀ ਘਾਤ 1। ਇਹ ਸਾਡੇ ਕੋਲ 6 ਦੇ ਅਭਾਜ ਗੁਣਨਖੰਡ ਬਣ ਗਏ 2 ਗੁਣਾ 3। 20 ਦੇ ਗੁਣਨਖੰਡ ਬਣ ਗਏ 2 ਦੀ ਘਾਤ 2 ਗੁਣਾ 5 ਦੀ ਘਾਤ 1। ਹੁਣ ਅਸੀਂ ਲੱਭਾਂਗੇ HCF। HCF ਕਿਹੜੀ ਸੰਖਿਆ? ਇੱਕ ਸੰਖਿਆ 6 ਤੇ ਦੂਜੀ ਸੰਖਿਆ 20। ਹੁਣ HCF ਕੀ ਹੁੰਦਾ ਆ? ਜਿਵੇਂ ਕਿ ਅਸੀਂ ਪਹਿਲਾਂ ਪੜ੍ਹਿਆ, ਸਾਂਝੇ ਅਭਾਜ ਗੁਣਨਖੰਡਾਂ ਦੀ ਸਭ ਤੋਂ ਛੋਟੀਆਂ ਘਾਤਾਂ। ਹੁਣ ਸਾਡੇ ਕੋਲ ਸਾਂਝਾ ਗੁਣਨਖੰਡ ਕਿਹੜਾ ਆ? ਇਹਦੇ ਵਿੱਚ ਸਾਡੇ ਕੋਲ 2 ਆ ਤੇ ਇਹਦੇ ਵਿੱਚ ਵੀ 2 ਆ। ਜਿਹੜਾ 2 ਗੁਣਨਖੰਡ ਆ ਇਹ ਦੋਵਾਂ ਸੰਖਿਆਵਾਂ ਦੇ ਵਿੱਚ ਸਾਂਝਾ ਆ। ਇਹਦੇ ਵਿੱਚ 2 ਦੀ ਘਾਤ 1 ਆ, ਇਹਦੇ ਵਿੱਚ 2 ਦੀ ਘਾਤ 2 ਆ। ਜਿਹੜੀ ਛੋਟੀ ਘਾਤ ਆ ਉਹ ਕੱਲੀ 2 ਹੀ ਆ। 2 ਦੀ ਘਾਤ 1 ਜਿਹੜੀ ਆ ਛੋਟੀ ਆ, ਇਸ ਕਰਕੇ ਸਾਡੇ ਕੋਲ ਇੱਥੇ ਆ ਗਿਆ 2 ਦੀ ਘਾਤ 1। ਇਸ ਤੋਂ ਇਲਾਵਾ ਹੋਰ ਕੋਈ ਵੀ ਸਾਂਝਾ ਗੁਣਨਖੰਡ ਨਹੀਂ ਹੈਗਾ। ਇਸ ਲਈ HCF 6 ਅਤੇ 20 ਦਾ ਕਾਹਦੇ ਬਰਾਬਰ ਹੋ ਗਿਆ? 2। ਹੁਣ ਅਸੀਂ ਲੱਭਾਂਗੇ ਇਹਨਾਂ ਦਾ ਲੱਲਾ ਸੱਸਾ ਬਊਆ, ਜਿਹਨੂੰ ਅਸੀਂ ਕਹਿੰਦੇ ਆ LCM, ਬਰਾਬਰ ਹੈ ਲੱਲਾ ਸੱਸਾ ਬਊਆ 6 ਅਤੇ 20 ਦਾ ਲੱਲਾ ਸੱਸਾ ਬਊਆ ਬਰਾਬਰ। ਜਦੋਂ ਅਸੀਂ ਲੱਲਾ ਸੱਸਾ ਬਊਆ ਲੱਭਦੇ ਹਾਂ, ਸਾਰੇ ਅਭਾਜ ਗੁਣਨਖੰਡਾਂ ਦੀ ਸਭ ਤੋਂ ਵੱਡੀਆਂ ਘਾਤਾਂ ਦਾ ਗੁਣਨਫਲ। ਹੁਣ ਸਭ ਤੋਂ ਪਹਿਲਾਂ 2 ਲਈਏ। 2 ਇੱਥੇ 2 ਦੀ ਘਾਤ 1 ਆ, ਇੱਥੇ 2 ਦੀ ਘਾਤ 2 ਆ, ਵੱਡੀ ਘਾਤ 2 ਆ, ਇਸ ਕਰਕੇ 2 ਦੀ ਘਾਤ 2। ਜਿਹੜੀ ਵੱਡੀ ਘਾਤ ਆ ਉਹ ਸੰਖਿਆ ਆ ਜਾਊਗੀ। ਛੋਟੀ ਸਾਂਝੀ ਜਿਹੜੀ ਸੰਖਿਆ ਸਾਂਝੀ ਹੋਊਗੀ ਉਹਦੇ ਵਿੱਚੋਂ ਵੱਡੀ ਘਾਤ ਵਾਲੀ ਸੰਖਿਆ ਆਊਗੀ। ਛੋਟੀ ਘਾਤ ਵਾਲੀ ਸੰਖਿਆ ਨੂੰ ਅਸੀਂ ਛੱਡ ਦੇਣਾ ਆ, ਕਿਉਂਕਿ ਅਸੀਂ ਵੱਡੀਆਂ ਘਾਤਾਂ ਲੈਣੀਆਂ। ਅੱਗੇ ਆ ਗਿਆ 3। 3 ਹੋਰ ਕਿਸੇ ਇੱਧਰ ਇਹਦੇ ਵਿੱਚ 3 ਨਹੀਂ ਹੈਗਾ, ਇਹਦੇ ਵਿੱਚ ਹੈਗਾ ਆ, ਤੇ 3 ਦੀ ਇੱਕੋ ਹੀ ਸੰਖਿਆ ਆ, ਇਹ ਉਸੇ ਤਰ੍ਹਾਂ ਆ ਜਾਊਗੀ। ਉਸ ਤੋਂ ਬਾਅਦ ਆ ਗਿਆ 5। 5 ਦੀ ਵੀ ਇੱਕ ਹੀ ਸੰਖਿਆ ਆ, ਉਹ ਵੀ ਇਸੇ ਤਰ੍ਹਾਂ ਹੀ ਆ ਜਾਊਗੀ।
इस तो इलावा होर कोई भी अभाज्य गुणनखंड नहीं हैगा। हुण 2 की घात 2 मतलब 4 गुणा 3 गुणा 5, ये साढ़े को हो गया 4 तियां 12 ते 12 पंजे 60। इस तरीके दे नाल जिहड़ी संख्या 6 ते 20 आ, इहदा लला ससा बहूआ साढ़े कोल 60 आ गया। हुण इहदे विचों ये साढ़े कोल जवाब हल हो गया पूरा कि संख्या 6 ते 20 का HCF 2 आ ते उहदा लला ससा हुआ मतलब LCM 60 आ। असी हुण इन्हां दी वरतों करके HC जिहड़ा संख्यावां दा लघुत्तम समापवर्तक ते जिहड़ा महत्तम समापवर्तक हुंदा आ, HCF ते LCM दा संख्यावां दे नाल की संबंध आ, ये संबंध पता करांगे। असीं देखते हाँ, जे असीं देखिए तो आ देखो जी, असीं HCF ते LCM, HCF 6 ते 20 गुणा इनू ही करिए जी LCM 6 ते 20, इन्हां दोनों नूं गुणा करिए साढ़े कोल आउंदा आ HCFC 2 LCMC 60। इन्हां दे दोवां दी गुणा करके साढ़े कोल आ गया 100 ते 20, 60 दूना 120। हुण असीं संख्या लई सी 6 ते 20, जे असीं संख्यावां दी गुणा करिए, संख्यावां दा गुणनफल लभीए, संख्यावां दा गुणनफल ये बराबर हो गया 6 गुणा 20, ये भी हो गया साढ़े कोल 100 ते 20। इत्थे असीं की देखिया कि जिहड़ियां 6 ते 20 संख्यावां आ, उन्हां दा HCF ते LCM दी जिहड़ी गुणा आ वो 120 आई, जिहड़ियां संख्यावां दी गुणा आ वो भी 120 आई। इहदा मतलब आ कि जिहड़ा HCF आ, इत्थों साढ़े कोल एक नियम बन गया, HCF कोई दो से संख्यावां लईए, मान लो साढ़े कोल एक संख्या A आ, एक संख्या B आ, HCF संख्या A गुणा B गुणा LCM संख्या A B ते A बराबर होगा A गुणा B। कोई असी संख्या ले लीए, एक संख्या साढ़े कोल A आ, दूजी संख्या साढ़े कोल B आ, जे असी उन्हां संख्यावां दे HCF ते LCM नूं आपस में गुणा करिए तो वो संख्यावां दी गुणा दे बराबर होगा। हुण असी इस सूत्र की वरतों करके ते इहदे नाल दे होर सवाल जिहड़े आ वो हल करांगे। हेठां लिखियां संख्यावां दा हेठां लिखियां संख्यावां दा HCF अते LCM पता करो अते जांच करो कि HCF गुणा LCM बराबर है संख्यावां दा गुणनफल, बराबर है संख्यावां दा गुणनफल, संख्यावां दा गुणनफल। पहला सवाल साढ़े कोल हैगा आ 26 अते 91। दूसरा सवाल साढ़े कोल हैगा आ 510 अते 92। हल पहले सवाल का सब तो पहलों असी 26 अते 92 का HCF ते LCM पता करांगे।
HCF ਤੇ LCM ਪਤਾ ਕਰਨ ਵਾਸਤੇ ਅਸੀਂ 26 ਦੇ ਗੁਣਨਖੰਡ ਬਣਾਵਾਂਗੇ। 26 ਦੇ ਗੁਣਨਖੰਡ ਹੁੰਦੇ ਆ 2 ਗੁਣਾ 13, 13 ਦੂਣਾ 26, ਇਹ ਦੋਵੇਂ ਹੀ ਅਭਾਜ ਸੰਖਿਆਵਾਂ ਨੇ। 91 ਦੇ ਗੁਣਨਖੰਡ ਹੋਣਗੇ 7 ਗੁਣਾ 13, 13 7 91, ਇਹ ਵੀ ਦੋਵੇਂ ਅਭਾਜ ਸੰਖਿਆਵਾਂ ਨੇ। ਇਸ ਤਰੀਕੇ ਨਾਲ HCF ਕਿਹਦਾ 26,91। HCF ਵਿੱਚ ਸਾਂਝੇ ਗੁਣਨਖੰਡ ਦੀ ਛੋਟੀ ਘਾਤ। ਹੁਣ ਇਹਦੇ ਵਿੱਚ ਸਾਂਝਾ ਗੁਣਨਖੰਡ ਕਿਹੜਾ ਆ 13, ਜਿਹੜਾ 13 ਉਹ ਸਾਂਝਾ ਆ। ਜਦੋਂ ਵੀ ਅਸੀਂ HCF ਲੱਭਣਾ ਆ ਅਸੀਂ ਸਾਂਝੇ ਗੁਣਨਖੰਡ ਦੀ ਛੋਟੀ ਘਾਤ ਲੈਣੀ ਆ। ਸਾਡੇ ਕੋਲ ਸਾਂਝਾ ਗੁਣਨਖੰਡ 1 13 ਹੀ ਆ ਇਕੱਲਾ, ਇਸ ਕਰਕੇ ਇਹਨਾਂ ਦਾ HCF ਹੋ ਗਿਆ 13। LCM 26 ਤੇ 91 ਦਾ LCM ਸਾਰੀਆਂ ਘਾਤਾਂ, ਸਾਰੀਆਂ ਸੰਖਿਆਵਾਂ ਦੀਆਂ ਵੱਡੀਆਂ ਘਾਤਾਂ। ਇਹ ਸੰਖਿਆ 2, ਇਹਦੀ ਵੱਡੀ ਤੋਂ ਵੱਡੀ ਘਾਤ 2 ਹੀ 1 ਆ, ਇਹੋ ਸੰਖਿਆ ਇਕੱਲੀ। ਉਸ ਤੋਂ ਬਾਅਦ ਆ ਗਿਆ ਸਾਡੇ ਕੋਲ 7, ਉਸ ਤੋਂ ਬਾਅਦ ਆ ਗਈ 13, 13 ਦੋਵਾਂ 'ਚ ਸਾਂਝੀ ਆ, ਇਹਦੀ ਵੱਡੀ ਤੋਂ ਵੱਡੀ ਘਾਤ 1 ਹੀ ਆ, ਇਸ ਕਰਕੇ ਇਹਨੂੰ ਇਸੇ ਤਰ੍ਹਾਂ ਰਹਿਣ ਦਾਂਗੇ। ਹੁਣ ਇਹਨੂੰ ਗੁਣਾ ਕਰ ਦਈਏ 7 ਦੂਣੀ 14 ਗੁਣਾ 13, 14 ਨੂੰ 13 ਨਾਲ ਗੁਣਾ ਕਰ ਦੋ, 14 ਤੇ 42 ਲਗਾ ਦੂਆ ਸੇ 4, 14 ਏਕਮ 14, 14 ਤੇ 4 18। ਸਾਡੇ ਕੋਲ LCM ਆ ਗਿਆ 182। ਹੁਣ ਅਸੀਂ ਆ ਜਿਹੜਾ ਨਿਯਮ ਆ ਇਹ ਨਿਯਮ ਇਹਦੇ ਉੱਤੇ ਲਾਗੂ ਕਰਾਂਗੇ। ਅਸੀਂ ਲੱਭਾਂਗੇ ਕਿ HCF ਤੇ LCM ਦੀ ਗੁਣਾ ਕਾਹਦੇ ਬਰਾਬਰ ਹੈ। HCF ਕਿਹਦਾ HCF ਗੁਣਾ LCM ਬਰਾਬਰ ਹੈ। HCF ਹੈਗਾ 13, LCM ਹੈਗਾ 182। ਇਹਨਾਂ ਨੂੰ ਆਪਸ ਵਿੱਚ ਗੁਣਾ ਕਰ ਦਈਏ। 13 ਦੂਣਾ 26 ਲਗਾ ਛਿਕਾਂ ਸਲ 2, 13 8 104, 104 ਤੇ 2 100 ਤੇ 6, 13 ਏਕਮ 13, 13 ਤੇ 10 23। HCF ਤੇ LCM ਦੀ ਗੁਣਾ ਕਰਨੀ ਆ ਗਈ 2366। ਇਸੇ ਤਰ੍ਹਾਂ ਹੀ ਅਸੀਂ ਹੁਣ ਸੰਖਿਆਵਾਂ ਦੀ ਗੁਣਾ ਕਰਾਂਗੇ। ਸੰਖਿਆਵਾਂ ਦਾ ਗੁਣਨਫਲ ਸਾਡੇ ਕੋਲ ਸੰਖਿਆਵਾਂ ਨੇ 26 ਗੁਣਾ 91। ਅਸੀਂ 26 ਨੂੰ 91 ਨਾਲ ਗੁਣਾ ਕਰ ਲਾਂਗੇ। ਇੱਥੇ ਸਾਈਡ ਤੇ ਗੁਣਾ ਕਰ ਲਓ 91 ਨੂੰ 26 ਨਾਲ। 6 ਏਕਮ 6, 6 ਨਾਮ 54, 2 ਏਕਮ 2, 2 ਨਾਲ 18, 6 ਆ ਗਿਆ, 4 2 6, 8 5 13, 1 ਤੇ 1 2, ਇਹ ਆ ਗਿਆ ਸਾਡੇ ਕੋਲ 2366। ਇੱਥੇ ਸਾਡੇ ਕੋਲ ਜਿਹੜਾ ਇਹ ਨਿਯਮ ਆ ਇਹ ਕੰਪਲੀਟ ਹੋ ਗਿਆ, ਸੱਚ ਸਾਬਤ ਹੋ ਗਿਆ ਕਿ HCF ਗੁਣਾ LCM ਬਰਾਬਰ ਹੈ ਸੰਖਿਆਵਾਂ ਦਾ ਗੁਣਨਫਲ। ਸੰਖਿਆਵਾਂ ਦਾ ਗੁਣਨਫਲ। ਹੁਣ ਅਸੀਂ ਦੂਸਰਾ ਸਵਾਲ ਹੱਲ ਕਰਾਂਗੇ ਇਸੇ ਤਰ੍ਹਾਂ ਹੀ। 510 ਅਤੇ ਸੰਖਿਆ 92 ਲੈ ਕੇ ਸਭ ਤੋਂ ਪਹਿਲਾਂ ਅਸੀਂ 510 ਦੇ ਗੁਣਨਖੰਡ ਬਣਾਵਾਂਗੇ। 510 ਦੇ ਗੁਣਨਖੰਡ ਬਣਾਵਾਂਗੇ। 2 ਤੇ ਗਈ 2 ਦੂਣੀ 4, 1 5 11, 2 5 10 ਤੇ 11, 10 2 5 10। ਹੁਣ 3 ਤੇ ਜਾ ਸਕਦੀ ਆ, 3 8 24 ਤੇ 1 5 15, 3 5 15। ਹੁਣ ਇਹ ਜਾਊਗੀ 5 ਤੇ ਜਾ ਸਕਦੀ ਆ, 5 5 ਤੇ 3 8 35, 5 7 35। ਫਿਰ 17 ਤੇ ਗਈ 17 ਏਕਮ 17। 510 ਦੇ ਗੁਣਨਖੰਡ ਬਣ ਗਏ 2
गुणा 3 गुणा 5 गुणा 17। ਅਸੀਂ 92 ਦੇ ਗੁਣਨਖੰਡ ਬਣਾਵਾਂਗੇ। ਇਸੇ ਤਰ੍ਹਾਂ ਹੀ 92 ਦੇ ਗੁਣਨਖੰਡ ਬਣਾ ਲਓ। 2 ਚੌਕੇ 8 ਸਿੱਧਾ ਰੱਖ 1 9 12 2 ਛਿਕੇ 12 ਫਿਰ ਗਈ 2 ਤੇ 2 दूनी 4 2 तीन 6 ਫਿਰ ਗਈ 23 ਤੇ ਕਿਉਂਕਿ 23 ਜਿਹੜੀ ਆਪਾ ਸੰਖਿਆ ਆ ਇਹ ਫਿਰ ਅਸੀਂ ਇਹਨੂੰ 23 ਦੇ ਉੱਤੇ ਭਾਗ ਕਰਾਂਗੇ 23 ਏਕਮ 23 ਇੱਥੇ ਕੋ ਸਾਡੇ ਕੋ ਆ ਗਿਆ 2 गुणा 2 गुणा 23 ਇਹ ਸਾਡੇ ਕੋਲ 2 ਦਾ ਵਰਗ ਹੋ ਗਿਆ ਗੁਣਾ ਸਾਡੇ ਕੋਲ ਹੋ ਗਿਆ 23। ਹੁਣ ਸਭ ਤੋਂ ਪਹਿਲਾਂ ਹੀ ਲੱਭਾਂਗੇ ਇਹਨਾਂ ਦਾ HCF ਸੰਖਿਆ 510 ਤੇ 92 ਬਰਾਬਰ ਸਾਂਝੇ ਗੁਣਨਖੰਡਾਂ ਦੀ ਛੋਟੀ ਘਾਤ। ਸਾਂਝਾ ਗੁਣਨਖੰਡ ਦੇ ਵਿੱਚ ਇਕੱਲਾ 2 ਹੀ ਆ, 2 ਦੀ ਛੋਟੀ ਘਾਤ ਇਹ 1 ਆ, ਫਿਰ ਇਹ ਆ ਗਿਆ ਜੀ 2। HCF ਹੋ ਗਿਆ 2। ਹੁਣ LCM ਅਸੀਂ ਪਤਾ ਕਰਾਂਗੇ ਕਿਹਦਾ 510 ਤੇ 92 ਦਾ। ਇਹਦੇ ਵਿੱਚ ਸਾਰੇ ਗੁਣਨਖੰਡਾਂ ਦੀ ਵੱਡੀ ਘਾਤ, ਹੁਣ ਜਿਹੜਾ ਸਾਂਝਾ ਆ ਉਹ 2 ਆ, ਇਹਦੀ ਵੱਡੀ ਘਾਤ 2 ਦੀ ਘਾਤ 2 ਆ। ਬਾਕੀ ਉਸ ਤੋਂ ਅੱਗੇ ਆ ਗਿਆ 3 ਉਹਦੇ ਵਿੱਚ ਹੀ ਇਕੱਲਾ 3 ਦਾ 3 ਹੀ ਆ ਗਿਆ। ਉਸ ਤੋਂ ਬਾਅਦ ਆ ਗਿਆ ਜੀ 5, ਉਸ ਤੋਂ ਬਾਅਦ ਆ ਗਿਆ 17, ਉਸ ਤੋਂ ਬਾਅਦ ਆ ਗਿਆ 23। 2 ਦੀ ਘਾਤ 2 4 ਗੁਣਾ 3 ਗੁਣਾ 5 ਗੁਣਾ 17 ਗੁਣਾ 23। ਇਹਨਾਂ ਸਾਰਿਆਂ ਨੂੰ ਗੁਣਾ ਕਰ ਲਓ। ਸਾਰਿਆਂ ਨੂੰ ਗੁਣਾ ਕਰਨ ਤੇ ਸਾਡੇ ਕੋਲ ਆ ਜਾਣਾ 23,460। ਇਹ ਤੁਸੀਂ ਸਾਰੇ ਬੱਚੇ ਆਪ ਗੁਣਾ ਕਰ ਸਕਦੇ ਜੇ। ਜਦੋਂ ਅਸੀਂ ਇਹਨਾਂ ਨੂੰ ਗੁਣਾ ਕਰਾਂਗੇ ਇਹ ਆਊਗਾ 23,460। ਹੁਣ ਅਸੀਂ ਇਹ ਜਿਹੜਾ ਨਿਯਮ ਆ HCF ਗੁਣਾ LCM ਬਰਾਬਰ ਹੁੰਦਾ ਸੰਖਿਆਵਾਂ ਦਾ ਗੁਣਨਫਲ, ਇਹ ਲਾਗੂ ਕਰਾਂਗੇ। ਸਭ ਤੋਂ ਪਹਿਲਾਂ ਅਸੀਂ HCF ਤੇ LCM ਦੀ ਜਿਹੜੀ ਗੁਣਾ ਆ ਉਹ ਕਰਕੇ ਵੇਖਾਂਗੇ। HCF 510 ਤੇ 92 ਗੁਣਾ LCM ਕਿਹਦਾ LCM 510 ਤੇ 92 ਦਾ, ਇਹ ਬਰਾਬਰ ਹੋਊਗਾ HCF ਹੈਗਾ 2, LCM ਸਾਡੇ ਕੋਲ ਹੈਗਾ 23,460। ਇਹਨਾਂ ਦੋਵਾਂ ਨੂੰ ਗੁਣਾ ਕਰ ਦਿਓ। 2 0 0 2 ਛਿਕੇ 12 ਲਗਾ ਦੋਵਾਂ ਅਸਲ 1 2 ਚੌਕੇ 8 ਤੇ 1 9 2 3 6 2 दूनी 4। ਹੁਣ ਅਸੀਂ ਦੇਖਾਂਗੇ ਕਿ ਜਿਹੜੀਆਂ ਸੰਖਿਆਵਾਂ ਆ ਉਹਨਾਂ ਦਾ ਗੁਣਨਫਲ ਜਿਹੜਾ ਆ ਉਹ HCF ਤੇ LCM ਦੇ ਗੁਣਨਫਲ ਦੇ ਬਰਾਬਰ ਹੈਗਾ ਕਿ ਨਹੀਂ ਹੈਗਾ। ਸੰਖਿਆਵਾਂ ਦਾ ਗੁਣਨਫਲ, ਹੁਣ ਅਸੀਂ ਸੰਖਿਆਵਾਂ ਦਾ ਗੁਣਨਫਲ ਪਤਾ ਕਰਾਂਗੇ। ਸਾਡੇ ਕੋਲ ਸੰਖਿਆਵਾਂ ਹੈਗੀਆਂ ਨੇ 510, ਦੂਜੀ ਸੰਖਿਆ ਹੈਗੀ ਆ 92। ਅਸੀਂ 510 ਨੂੰ 92 ਨਾਲ ਗੁਣਾ ਕਰਾਂਗੇ। ਇੱਕ ਰਫ ਕੰਮ ਦੇ ਵਿੱਚ ਅਸੀਂ 510 ਨੂੰ 92 ਨਾਲ ਗੁਣਾ ਕਰ ਲਾਂਗੇ। 2 0 0 2 1 2 2 5 10 9 0 0 9 1 9 ਤੇ 9 5 45। ਸਾਡੇ ਕੋਲ ਆ ਗਿਆ 0 2 9 5 ਤੇ 1 6 ਤੇ 4, ਇਹ ਆ ਗਿਆ 46,920। ਅਸੀਂ ਕੀ ਦੇਖਿਆ ਕਿ ਆਹ ਸਾਡੇ ਕੋਲ ਜਿਹੜੀਆਂ ਦੋ ਸੰਖਿਆਵਾਂ ਨੇ 510 ਤੇ 92, ਇਹਨਾਂ ਦੇ HCF ਤੇ LCM ਦਾ ਜਿਹੜਾ ਗੁਣਨਫਲ ਆ ਉਹ 46,920 ਆ ਤੇ ਸੰਖਿਆਵਾਂ ਦਾ ਗੁਣਨਫਲ ਵੀ 46,920 ਆ। ਇਸ ਕਰਕੇ ਇਹ ਸਿੱਧ ਹੋ ਜਾਂਦਾ ਆ ਕਿ ਜਿਹੜਾ HCF ਤੇ LCM ਦਾ ਗੁਣਨਫਲ ਆ ਉਹ ਸੰਖਿਆਵਾਂ ਦੇ ਗੁਣਨਫਲ ਦੇ ਬਰਾਬਰ ਹੁੰਦਾ ਹੈ। ਧੰਨਵਾਦ।